हाँ जी बेटा, ਆਪਾਂ ਸੈਕਸ਼ਨ ਏ ਦਾ 3rd ਲੈਸਨ ਸ਼ੁਰੂ ਕੀਤਾ ਹੋਇਆ ਸੀ, ਥਿੰਕਿੰਗ ਆਊਟ ਆਫ ਬਾਕਸ ਦਾ ਲਿਟਲ ਥਿੰਕਿੰਗ। ਉਸਦੇ ਵਿੱਚੋਂ ਆਪਾਂ ਇੱਕ ਸਟੋਰੀ ਰੀਡ ਕਰ ਚੁੱਕੇ ਹਾਂ, ਫਾਰਮਰ ਔਰ ਉਸਦੇ ਡਾਟਰ ਵਾਲੀ। ਅੱਜ ਆਪਾਂ ਸੈਕਿੰਡ ਸਟੋਰੀ ਰੀਡ ਕਰਾਂਗੇ, ਬਟ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਫਿਰ ਤੋਂ ਦੱਸ ਦਿੰਦੀ ਹਾਂ ਕਿ ਲੇਟਰਲ ਥਿੰਕਿੰਗ ਹੈਗੀ ਕੀ ਹੈ। ਲੇਟਰਲ ਥਿੰਕਿੰਗ ਦਾ ਮੀਨਿੰਗ ਹੁੰਦਾ ਕੁਝ ਕ੍ਰੀਏਟਿਵ, ਕੁਝ ਡਿਫਰੈਂਟ ਸੋਚਣਾ, ਕੁਝ ਨॉन ਲੀਨੀਅਰ ਸੋਚਣਾ, ਕੁਝ ਅਨਕਨਵੈਨਸ਼ਨਲ ਸੋਚਣਾ, ਕੁਝ ਇਸ ਤਰ੍ਹਾਂ ਜੋ ਬਿਲਕੁਲ ਨੋਵਲ ਹੋਵੇ, ਨਿਊ ਹੋਵੇ। ਔਰ ਇਹ ਵਾਲੀ ਟਰਮ ਆਪਾਂ ਨੂੰ ਦਿੱਤੀ ਸੀ ਐਡਵਰਡ ਡੀ ਬੋਨੋ ਨੇ, ਉਹਨੇ ਇਸ ਨੋਸ਼ਨ ਨੂੰ ਪ੍ਰੋਪੇਗੇਟ ਕੀਤਾ ਸੀ। ਸੋ ਉਸ ਦੇ ਅਕੋਰਡਿੰਗ ਇੰਟੈਲੀਜੈਂਸ ਕੀ ਹੈ? ਇੱਕ ਪੋਟੈਂਸ਼ੀਅਲ ਹੈ, ਠੀਕ ਹੈ। ਇੰਟੈਲੀਜੈਂਸ ਇਜ਼ ਅ ਪੋਟੈਂਸ਼ੀਅਲ ਦੈਟ ਆਲ ਆਫ ਅਸ ਹੈਵ ਐਂਡ ਥਿੰਕਿੰਗ ਇਜ਼ ਅ ਸਕਿੱਲ ਟੂ ਯੂਜ਼ ਦੈਟ ਪੋਟੈਂਸ਼ੀਅਲ ਵੈਲ। ਇੰਟੈਲੀਜੈਂਸ ਇੱਕ ਇਸ ਤਰ੍ਹਾਂ ਦਾ ਸਟੈਮਿਨਾ ਹੈ ਜੋ ਆਪਣੇ ਸਾਰਿਆਂ ਕੋਲ ਹੁੰਦਾ ਹੈ, ਔਰ ਥਿੰਕਿੰਗ ਕੀ ਹੈ? ਇੱਕ ਸਕਿੱਲ ਹੈ, ਇੱਕ ਕਲਾ ਹੈ ਜੋ ਆਪਾਂ ਨੂੰ ਉਸ ਪੋਟੈਂਸ਼ੀਅਲ ਨੂੰ ਯੂਜ਼ ਕਰਨਾ ਸਿਖਾਉਂਦੀ ਹੈ। ਇਹ ਚੈਨਲਸ ਆਰ ਇੰਟੈਲੀਜੈਂਸੀ ਐਪਰੋਪ੍ਰੀਏਟਲੀ, ਔਰ ਥਿੰਕਿੰਗ ਹੀ ਆਪਣੇ ਇੰਟੈਲੀਜੈਂਸ ਨੂੰ ਆਪਾਂ ਨੂੰ ਸਹੀ ਤਰੀਕੇ ਨਾਲ ਚੈਨਲ ਕਰਨਾ ਸਿਖਾ ਦਿੰਦੀ ਹੈ। ਵਨ ਮੇ ਬੀ ਅ ਗੁੱਡ ਥਿੰਕਰ ਵਿਦਾਊਟ ਬੀਇੰਗ ਇੰਟਲੈਕਚੁਅਲ ਐਂਡ ਵਾਈਸ ਵਰਸਾ। ਵਾਈਸ ਵਰਸਾ ਮਤਲਬ ਨਹੀਂ, ਇਸ ਤੋਂ ਉਲਟ ਵੀ, ਇਲਟ ਸਿਚੁਏਸ਼ਨ 'ਚ ਵੀ ਇਹ ਅਪਲਾਈ ਹੋ ਸਕਦਾ ਹੈ। ਤਾਂ ਕੀ ਕਹਿ ਰਹੇ ਆ ਕਿ ਨਾ, ਇੱਕ ਜਿਹੜਾ ਗੁੱਡ ਥਿੰਕਰ ਹੈ, ਇੱਕ ਜਿਹੜਾ ਅੱਛਾ ਚਿੰਤਕ ਹੈ, ਅੱਛਾ ਵਿਚਾਰਵਾਨ ਹੈ, ਉਹ ਅੱਛਾ ਹੋ ਸਕਦਾ, ਅੱਛਾ ਥਿੰਕਰ ਹੋ ਸਕਦਾ ਕੋਈ ਪਰਸਨ। ਜ਼ਰੂਰੀ ਨਹੀਂ ਕਿ ਉਹ ਅੱਛਾ ਇੰਟਲੈਕਚੁਅਲ ਹੋਵੇ, ਬੁੱਧੀਜੀਵੀ ਹੋਵੇ। ਵਾਈਸ ਵਰਸਾ ਮਤਲਬ ਇਸ ਤੋਂ ਉਲਟ ਬਣਾ ਲਓ ਸਿਚੁਏਸ਼ਨ ਨੂੰ, ਕਿ ਕੋਈ ਬੁੱਧੀਜੀਵੀ ਹੋ ਸਕਦਾ ਕੋਈ ਪਰਸਨ, ਜ਼ਰੂਰੀ ਨਹੀਂ ਕਿ ਉਹ ਗੁੱਡ ਥਿੰਕਰ ਵੀ ਹੋਵੇ, ਅੱਛਾ ਵਿਚਾਰਵਾਨ ਵੀ ਹੋਵੇ। ਸੋ ਆਪਾਂ ਇੱਥੇ ਸੈਕਿੰਡ ਸਟੋਰੀ ਰੀਡ ਕਰਦੇ ਹਾਂ। ਹੇਅਰ ਇਜ਼ ਅਨਦਰ ਸਟੋਰੀ ਦੈਟ ਵਿਲ ਸਟੇਟ ਦਾ ਯੂਜ਼ ਆਫ ਲਿਟਲ ਥਿੰਕਿੰਗ। A millionaire named Thomas walked into Popular Bank in the middle of New York City and requested to speak to a loan officer. ਇੱਕ ਬਹੁਤ ਰਿਚ ਪਰਸਨ, ਇੱਕ ਮਿਲੀਅਨਰ ਜਿਸ ਦਾ ਨੇਮ ਥੋਮਸ ਸੀ, ਨਿਊਯਾਰਕ ਦੇ ਵਿੱਚ ਇੱਕ ਪਪੂਲਰ ਬੈਂਕ ਦੇ ਵਿੱਚ ਗਿਆ ਔਰ ਉਹਨੇ ਜਾ ਕੇ ਰਿਕੁਐਸਟ ਕੀਤੀ ਕਿ ਮੈਂ ਲੋਨ ਆਫਿਸਰ ਨਾਲ ਗੱਲ ਕਰਨੀ ਹੈ। ਹੀ ਡਿਡ ਨਾਟ ਇਨਫੋਰਮ ਦਾ ਸਟਾਫ ਆਫ ਹਿਜ਼ ਇਮੈਂਸ ਰਿਚਸ। ਵਾਟ ਹੀ ਸਿੰਪਲੀ ਸੈਡ ਦੈਟ ਹੀ ਵਾਜ਼ ਗੋਇੰਗ ਅਵੇ ਫॉर ਬਿਜ਼ਨਸ for a few weeks to another country and needed to borrow a sum of money $5,000। ਹਾਂਜੀ, ਉਹਨੇ ਜਾ ਕੇ ਆਪਣੇ ਰਿਚਨੈਸ ਬਾਰੇ ਉੱਥੇ ਕੁਝ ਨਹੀਂ ਦੱਸਿਆ ਕਿ ਮੈਂ ਕਿੰਨਾ ਅਮੀਰ ਪਰਸਨ ਹਾਂ। ਬਸ ਉਹਨੇ ਸਿੰਪਲੀ ਜਾ ਕੇ ਇਹ ਕਿਹਾ ਕਿ ਮੈਂ ਕਿਸੇ ਹੋਰ ਕੰਟਰੀ ਜਾਣਾ ਕੁਝ ਹਫ਼ਤਿਆਂ ਦੇ ਲਈ, ਔਰ ਮੈਨੂੰ $5,000 ਦਾ ਇੱਕ ਲੋਨ ਚਾਹੀਦਾ ਹੈ। ਦੇ ਇਮੀਡੀਏਟਲੀ ਆਸਕਡ ਸਿਕਿਉਰਿਟੀ ਔਨ ਦਾ ਲੋਨ। ਤਾਂ ਓਬਵੀਅਸਲੀ ਇੱਕ ਰੂਲ ਹੈ ਕਿ ਬੈਂਕ ਵਾਲੇ ਲੋਨ ਦੇਣ ਤੋਂ ਪਹਿਲਾਂ ਸਿਕਿਉਰਿਟੀ ਮੰਗਦੇ ਹੈ, ਤਾਂ ਉਸ ਬੈਂਕ ਨੇ ਵੀ ਉਸ ਤੋਂ ਸਿਕਿਉਰਿਟੀ ਦੀ ਡਿਮਾਂਡ ਕੀਤੀ। Thomas pointed out of the window to a shiny Ferrari parked right in front of the bank। ਤਾਂ ਥੋਮਸ ਨੇ ਖਿੜਕੀ ਦੇ ਬਾਹਰ ਇਸ਼ਾਰਾ ਕੀਤਾ, ਬਾਹਰ ਦੇਖਿਆ ਕਿ ਇੱਕ ਬਹੁਤ ਸ਼ਾਈਨਕਾਰੀ ਨਿਊ ਫਰਾਰੀ ਕਾਰ ਖੜੀ ਹੈ। He took the title, paperwork, keys out of his pocket and slapped them down in the counter like a man on mission। ਤਾਂ ਉਸ ਪਰਸਨ ਨੇ ਉਸ ਕਾਰ ਦੀ ਕਾਗਜ਼ ਸੀ, ਜੋ ਚਾਬੀਆਂ ਸੀ, ਠੀਕ ਹੈ, ਉਹ ਸਭ ਕੁਛ ਕਾਊਂਟਰ 'ਤੇ ਰੱਖਿਆ ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਮਿਸ਼ਨ 'ਤੇ ਜਾ ਰਿਹਾ ਹੋਵੇ। ਦ ਸਟਾਫ ਬੈਂਟ ਟੂ ਵਰਕ ਚੈਕਿੰਗ ਆਊਟ ਦ ਵੈਲਿਡਿਟੀ ਆਫ ਹਿਜ਼ ਓਨਰਸ਼ਿਪ ਐਂਡ ਸ਼ੋ ਇਨਫ। ਤਾਂ ਉਸ ਤੋਂ ਬਾਅਦ ਸਟਾਫ ਨੇ ਉਸਦੀ ਓਨਰਸ਼ਿਪ ਨੂੰ ਚੈੱਕ ਕੀਤਾ, ਦੇਖਿਆ ਕਿ ਇਸ ਕਾਰ ਦਾ ਮਾਲਕ ਥੋਮਸ ਹੀ ਹੈ। ਸ਼ੋਰਟੀ ਲਈ ਐਵਰੀਥਿੰਗ ਵਾਜ਼ ਚੈੱਕਡ ਆਊਟ, ਸਭ ਕੁਝ ਚੈੱਕ ਹੋਇਆ। ਐਂਡ ਆਫ ਕੋਰਸ ਵਿਚ ਬੈਂਕ was going to turn down a $250,000 in collateral security for a mere $5,000 ਲੋਨ। ਕਹਿੰਦਾ ਇਸ ਤਰ੍ਹਾਂ ਦੀ ਕੋਈ ਬੈਂਕ ਨਹੀਂ ਹੋਊਗੀ ਜੋ ਇਸ ਤਰ੍ਹਾਂ ਦੇ ਲੋਨ ਨੂੰ ਮਨਾ ਕਰੂਗੀ, ਕਿਉਂਕਿ ਉਹਦੀ ਸਿਕਿਉਰਿਟੀ ਉਹਨਾਂ ਨੂੰ ਬਹੁਤ ਵੱਡੀ ਮਿਲ ਰਹੀ ਸੀ। Thomas left the bank with $5,000 and bank employees took Thomas' keys and dropped the brand new Ferrari into the bank's underground garage। ਤਾਂ ਬੈਂਕ ਵਾਲਿਆਂ ਨੇ $5,000 ਉਹਨੂੰ ਦਿੱਤੇ ਔਰ ਉੱਥੋਂ $5,000 ਲੈ ਕੇ ਥੋਮਸ ਚਲਾ ਗਿਆ। ਉਸ ਤੋਂ ਬਾਅਦ ਬੈਂਕ ਸਟਾਫ ਨੇ ਉਸ ਕਾਰ ਨੂੰ ਬੈਂਕ ਦੀ ਗੈਰੇਜ ਦੇ ਵਿੱਚ ਪਾਰਕ ਕਰ ਦਿੱਤਾ। ਹੀ ਅਸ਼ੋਰ ਥੋਮਸ ਦੈਟ ਇਟ ਵੁੱਡ ਬੀ ਪਰਫੈਕਟਲੀ ਸੇਫ ਡਾਊਨ ਦੇਅਰ। ਉਹਨੂੰ ਅਸ਼ੋਰਟੀ ਦਵਾਈ ਕਿ ਇੱਥੇ ਜਿਹੜੀ ਉਹਦੀ ਕਾਰ ਹੈ ਸੇਫ ਰਹੇਗੀ। ਥੋਮਸ ਦੈਨ ਲੈਫਟ ਦ ਬੈਂਕ। ਉਸ ਤੋਂ ਬਾਅਦ ਥੋਮਸ ਬੈਂਕ ਦੇ ਵਿੱਚੋਂ ਚਲਾ ਗਿਆ। ਕਾਟ ਹਿਜ਼ ਫਲਾਈਟ ਟੂ ਹਿਜ਼ ਫਾਰ ਅਵੇ ਲੈਂਡ। ਅਤੇ ਜਿਹੜੀ ਵੀ ਕੰਟਰੀ ਉਹਨੇ ਜਾਣਾ ਸੀ ਦੂਰ, ਉੱਥੋਂ ਦੀ ਫਲਾਈਟ ਲਈ। Anyway, 2 weeks went by and sure enough the bank opened Monday morning to see Thomas stroll in and slap the $5,000 he had borrowed back on the counter plus the interest which was around $15।
ਤਾਂ 2 ਹਫ਼ਤਿਆਂ ਬਾਅਦ ਫਿਰ ਤੋਂ ਥੋਮਸ ਬੈਂਕ ਦੇ ਵਿੱਚ ਆਇਆ ਮੰਡੇ ਮਾਰਨਿੰਗ ਨੂੰ, ਔਰ ਉਹਨੇ ਆ ਕੇ $5000 ਅਤੇ ਉਹਦਾ ਬਣਦਾ ਜਿਹੜਾ ਵਿਆਜ ਸੀ ਜੋ ਕਿ $15 ਸੀ, ਲਿਆ ਕੇ ਕਾਊਂਟਰ ਦੇ ਉੱਪਰ ਰੱਖ ਦਿੱਤੇ ਜੋ ਉਹਨੇ ਬੋਰੋ ਕੀਤੇ ਹੋਏ ਸੀ। The loan officer asked for a car to be brought round in front of the bank and then asked Thomas a question. ਉਸ ਤੋਂ ਬਾਅਦ ਕਾਰ ਨੂੰ ਬੈਂਕ ਦੇ ਗੈਰੇਜ ਦੇ ਵਿੱਚੋਂ ਬਾਹਰ ਕੱਢਿਆ ਗਿਆ ਔਰ ਬੈਂਕ ਦੇ ਸਾਹਮਣੇ ਲਿਆਂਦਾ ਗਿਆ ਤਾਂ ਥੋਮਸ ਤੋਂ ਇੱਕ ਕੁਐਸਚਨ ਪੁੱਛਿਆ ਗਿਆ। Our bank prides itself in details and customer service, he said, and while you were away we did a background check, its routine, and discovered you are actually one of the wealthiest men in America. Why on earth would you need to borrow $5,000? It just doesn't make sense. ਤਾਂ ਲੋਨ ਆਫਿਸਰ ਨੇ ਉਹਨੂੰ ਪੁੱਛਿਆ ਕਿ ਤੁਹਾਡੇ ਵਰਗੇ ਜਿਹੜੇ ਕਲਾਇੰਟਸ ਨੇ ਜਾਂ ਕਸਟਮਰਸ ਨੇ ਉਹਨਾਂ ਨੂੰ ਸਰਵਿਸ ਦੇ ਕੇ ਸਾਡੇ ਬੈਂਕ ਨੂੰ ਅੱਛਾ ਫੀਲ ਹੁੰਦਾ ਹੈ, ਪ੍ਰਾਈਡ ਫੀਲ ਹੁੰਦਾ ਹੈ, ਬਟ ਅਸੀਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਅਬਰੋਡ ਗਏ ਹੋਏ ਸੀ ਤਾਂ ਬਾਅਦ ਵਿੱਚ ਅਸੀਂ ਇਨਕੁਆਇਰੀ ਕੀਤੀ ਤਾਂ ਪਤਾ ਲੱਗਿਆ ਕਿ ਤੁਸੀਂ ਅਮਰੀਕਾ ਦੇ ਵੈਲਦੀਐਸਟ ਪਰਸਨ ਦੇ ਵਿੱਚੋਂ ਇੱਕ ਹੋ। ਤਾਂ ਕਹਿੰਦਾ ਇਸ ਅਰਥ ਦੇ ਉੱਪਰ ਤੁਹਾਨੂੰ ਇੰਨਾ ਛੋਟਾ ਲੋਨ ਲੈਣ ਦੀ ਜ਼ਰੂਰਤ ਕਿਉਂ ਪਈ ਜਿਹੜਾ ਕਿ ਸਿਰਫ $5000 ਸੀ। ਥੋਮਸ ਸਮਾਈਲ, ਇਹ ਗੱਲ ਸੁਣ ਕੇ ਥੋਮਸ ਹੱਸਿਆ, ਪਿਕਡ ਅਪ ਦ ਕੀਜ਼ ਫਰੋਮ ਦ ਕਾਊਂਟਰ ਤੋਂ ਆਪਣੀ ਕਾਰ ਦੀਆਂ ਚਾਬੀਆਂ ਲਈਆਂ, ਐਂਡ ਸੈਡ, ਕੈਨ ਯੂ ਟੈਲ ਮੀ another way I could have parked my new Ferrari in the middle of the New York for 2 weeks for just $15, still expect to get it back in top condition. ਤਾਂ ਥੋਮਸ ਨੇ ਸਮਾਈਲ ਕਰਕੇ ਉਹਨੂੰ ਕਹਿੰਦਾ ਵੀ ਕੀ ਤੁਸੀਂ ਮੈਨੂੰ ਕੋਈ ਹੋਰ ਤਰੀਕਾ ਦੱਸ ਸਕਦੇ ਹੋ ਜਿਸ ਨਾਲ ਮੈਂ ਸਿਰਫ $15 ਦੇ ਵਿੱਚ ਆਪਣੀ ਕਾਰ ਨੂੰ ਕਿਤੇ ਪਾਰਕ ਕਰ ਸਕਦਾ ਸੀ 2 ਹਫ਼ਤਿਆਂ ਦੇ ਲਈ, ਔਰ ਉਹਨੂੰ ਐਂਡ ਟੌਪ ਕੰਡੀਸ਼ਨ ਦੇ ਵਿੱਚ ਵਾਪਸ ਵੀ ਲੈ ਸਕਦਾ ਸੀ। ਥੋਮਸ ਵਾਕਡ ਆਊਟ ਆਫ ਦਾ ਡੋਰ। ਇੰਨਾ ਕਹਿ ਕੇ ਥੋਮਸ ਤੋਂ ਬਾਹਰ ਨਿਕਲਿਆ। ਲੋਨ ਆਫਿਸਰ ਸਮਾਈਲਡ ਅ ਬਿਗਰ ਸਮਾਈਲ। ਤਾਂ ਲੋਨ ਆਫਿਸਰ ਦੇ ਫੇਸ ਦੇ ਉੱਪਰ ਵੀ ਬਹੁਤ ਵੱਡੀ ਸਮਾਈਲ ਸੀ। ਸੋ ਬੇਟਾ ਇਸ ਤਰ੍ਹਾਂ ਥੋਮਸ ਨੇ ਵੀ ਲੇਟਰਲ ਥਿੰਕਿੰਗ ਯੂਜ਼ ਕੀਤੀ। ਥੋਮਸ ਅਗਰ ਆਪਣੀ ਕਾਰ ਨੂੰ ਇੰਨੀ ਜ਼ਿਆਦਾ ਐਕਸਪੈਂਸਿਵ ਕਾਰ ਨੂੰ ਕਿਤੇ ਹੋਰ ਪਾਰਕ ਕਰਦਾ ਤਾਂ ਫਸਟ ਆਫ ਆਲ ਉਹਨੂੰ ਪ੍ਰੋਬਲਮ ਆਉਣੀ ਸੀ ਸੇਫਟੀ ਦੀ। ਹੋ ਸਕਦਾ ਸੀ ਜੇ ਕਿਸੇ ਫਰੈਂਡ ਜਾਂ ਰਿਲੇਟਿਵ ਦੇ ਘਰ ਉਹ ਕਾਰ ਨੂੰ ਪਾਰਕ ਕਰਦਾ ਤਾਂ ਉਸ ਦੀ ਕਾਰ ਨੂੰ ਯੂਜ਼ ਕੀਤਾ ਜਾਣਾ ਸੀ, ਠੀਕ ਹੈ। ਹੋ ਸਕਦਾ ਉਹਦਾ ਕੋਈ ਡੈਮੇਜ ਹੋ ਜਾਂਦਾ, ਕੋਈ ਉਹਦਾ ਨੁਕਸਾਨ ਹੋ ਜਾਂਦਾ। ਸੈਕਿੰਡਲੀ ਅਗਰ ਉਹ ਕਿਤੇ ਪ੍ਰਾਈਵੇਟ ਗੈਰੇਜ ਦੇ ਵਿੱਚ ਪਾਰਕ ਕਰਕੇ ਆਉਂਦਾ ਤਾਂ ਉਹਨੂੰ ਖਰਚਾ ਜ਼ਿਆਦਾ ਪੈਣਾ ਸੀ। ਇੱਥੇ ਸਿਰਫ ਉਹਨੇ $15 ਦੇ ਵਿੱਚ ਕਾਰ ਨੂੰ ਪਾਰਕ ਕੀਤਾ ਹੋਇਆ ਸੀ। ਸੋ $15 ਦੇ ਵਿੱਚ ਸਿਰਫ ਥੋਮਸ ਨੇ ਬੈਂਕ ਦੇ ਗੈਰੇਜ ਨੂੰ ਹੀ ਰੈਂਟ 'ਤੇ ਲੈ ਲਿਆ। ਸੋ ਥੋਮਸ ਨੇ ਵੀ ਲੇਟਰਲ ਥਿੰਕਿੰਗ ਨੂੰ ਯੂਜ਼ ਕੀਤਾ ਔਰ ਆਪਣੀ ਜਿਹੜੀ ਉਹਦੀ ਪ੍ਰੋਬਲਮ ਸੀ ਕਾਰ ਪਾਰਕ ਕਰਨ ਵਾਲੀ ਔਰ ਸੇਫ ਕੰਡੀਸ਼ਨ ਦੇ ਵਿੱਚ ਵਾਪਸ ਲੈਣ ਵਾਲੀ ਉਸਨੂੰ ਸੌਰਟ ਆਊਟ ਕਰ ਲਿਆ। Examples in application of lateral thinking abundant in several fields। ਕਹਿੰਦਾ ਇਸੇ ਤਰ੍ਹਾਂ ਹੀ ਇਹ ਤਾਂ ਸਿਰਫ 2 ਐਗਜ਼ਾਮਪਲ ਸੀਗੀਆਂ। ਹਰ ਇੱਕ ਫੀਲਡ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਨੇ ਜਿੱਥੇ ਲੇਟਰਲ ਔਰ ਨॉन ਲੀਨੀਅਰ ਥਿੰਕਿੰਗ ਨੂੰ ਯੂਜ਼ ਕੀਤਾ ਗਿਆ ਹੋਵੇ। In cricket, Gary Packer introduced day-night matches and colorful walls and clothing, a departure from tradition that became so successful that the whole world of cricket adopted it। ਹਾਂਜੀ, ਅਗਰ ਆਪਾਂ ਕਹਿੰਦਾ ਕ੍ਰਿਕਟ ਦੀ ਗੱਲ ਕਰੀਏ ਤਾਂ ਇੱਥੇ ਕੈਰੀ ਪੈਕਰ ਨਾਮ ਦੇ ਇੱਕ ਪਰਸਨ ਨੇ ਡੇ ਨਾਈਟ ਮੈਚ ਇੰਟਰੋਡਿਊਸ ਕਰਵਾਏ ਜਿਹੜੀ ਕਿ ਨਵੀਂ ਚੀਜ਼ ਸੀ, ਔਰ ਨਾਲ ਹੀ ਕਲਰਫੁਲ ਵਾਲਸ ਨੂੰ ਇੰਟਰੋਡਿਊਸ ਕਰਵਾਇਆ ਔਰ ਅਲੱਗ-ਅਲੱਗ ਤਰ੍ਹਾਂ ਜਿਹੜੀ ਬਿਊਟੀਫੁਲ ਕਲਰਫੁਲ ਕਲੌਥ ਸੀਗੀ ਕ੍ਰਿਕਟ ਦੀ ਜਿਹੜੀ ਇੱਕ ਡਰੈਸ ਕਹਿ ਲਈ ਆਪਾਂ ਯੂਨੀਫਾਰਮ, ਉਹ ਵੀ ਉਹਨੇ ਪਲੇਅਰਸ ਲਈ ਇੰਟਰੋਡਿਊਸ ਕਰਵਾਈ। ਔਰ ਇਹ ਸਾਰੀਆਂ ਚੀਜ਼ਾਂ ਕਿਸੇ ਟ੍ਰੈਡੀਸ਼ਨ ਤੋਂ ਡਿਪਾਰਚਰ ਸੀ, ਹਟ ਕੇ ਸੀ, ਔਰ ਇਹ ਹੌਲੀ ਹੌਲੀ ਇਹ ਸਾਰੀਆਂ ਗੱਲਾਂ ਇੰਨੀਆਂ ਜ਼ਿਆਦਾ ਸਕਸੈਸਫੁਲ ਹੋ ਗਈਆਂ ਕਿ ਪੂਰੇ ਵਰਲਡ ਨੇ ਇਸ ਨੂੰ ਅਡੋਪਟ ਕਰ ਲਿਆ। ਆਸਟ੍ਰੇਲੀਆ ਰੀਸੈਂਟਲੀ ਐਕਸਪੈਰੀਮੈਂਟਡ ਦ 2 ਡਿਫਰੈਂਟ ਕੈਪਟਨਸ ਫॉर ਟੈਸਟ ਐਂਡ ਵਨ-ਡੇ ਮੈਚਿਸ। ਇਸ ਤਰ੍ਹਾਂ ਆਸਟ੍ਰੇਲੀਆ ਨੇ ਇੱਕ ਨਵੀਂ ਚੀਜ਼ ਸੋਚੀ ਕਿ ਕਿਉਂ ਨਾ ਟੈਸਟ ਮੈਚ ਲਈ ਔਰ ਵਨ-ਡੇ ਮੈਚ ਦੇ ਲਈ 2 ਕਪਤਾਨ ਰੱਖੇ ਜਾਣ, 2 ਕੈਪਟਨ ਰੱਖੇ ਜਾਣ। ਨਾਓ ਡੇਜ਼ ਦਾ T20 ਮੈਚਿਸ ਹੈਵ ਬਿਕਮ ਅ ਰੇਸ, ਮਤਲਬ ਫੈਸ਼ਨ। ਇਸੇ ਤਰ੍ਹਾਂ ਹੀ ਕਹਿੰਦਾ ਹੁਣ ਜਿਹੜੇ T20 ਮੈਚ ਨੇ ਉਹ ਵੀ ਇੱਕ ਟਰੈਂਡ ਬਣ ਚੁੱਕੇ ਨੇ, ਇੱਕ ਫੈਸ਼ਨ ਬਣ ਚੁੱਕੇ ਨੇ। Lateral thinking expert Edward de Bono says, with logic you start with a certain ingredient, just as in chess you start out with given pieces. But what are those pieces? In most real situations, the pieces are not given. Just assume they are there. We assume certain perception, concepts and boundaries। ਹਾਂਜੀ, ਲੇਟਰਲ ਥਿੰਕਿੰਗ ਦੇ ਜੋ ਐਕਸਪਰਟ ਸੀ ਐਡਵਰਡ ਡੀ ਬੋਨੋ ਨੇ, ਜਿਨ੍ਹਾਂ ਨੇ ਇਹ ਵਾਲੀ ਜਿਹੜੀ ਟਰਮ ਆਪਾਂ ਨੂੰ ਇੰਟਰੋਡਿਊਸ ਕਰਵਾਈ ਸੀ
उन्होंने की दस्सिया कहता तुसी अगर लॉजिकली कुछ सोच रहे हो तो आप दिते हुए इनग्रीਡੀਐਂਟਸ ਜਿਹੜੀ ਚੀਜ਼ਾਂ ਆਪਾਂ ਨੂੰ ਪ੍ਰੋਵਾਈਡਡ ਨੇ ਆਪਾਂ ਉਹਨਾਂ ਤੋਂ ਸੋਚਣਾ ਸਟਾਰਟ ਕਰਦੇ ਹਾਂ। ਕਹਿੰਦਾ ਜਿਸ ਤਰ੍ਹਾਂ ਐਗਜ਼ਾਮਪਲ ਲੈ ਲਓ ਚੈਸ ਦੇ ਵਿੱਚ ਆਪਾਂ ਨੂੰ ਪੀਸਿਸ ਗਿਵਨ ਦਿੱਤੇ ਹੁੰਦੇ ਆ, ਬਟ ਕਹਿੰਦਾ ਹੁਣ ਸੋਚੋ ਕਿ ਪੀਸਿਸ ਕੀ ਨੇ ਜੋ ਆਪਾਂ ਨੂੰ ਦਿੱਤੇ ਹੋਏ ਆ ਇਨ ਮੋਸਟ ਰੀਅਲ ਲਾਈਫ ਸਿਚੁਏਸ਼ਨ। ਪਰ ਅਗਰ ਆਪਾਂ ਅਸਲੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਤਾਂ ਆਪਾਂ ਜਿਹੜੇ ਪੀਸਿਸ ਨੇ ਉਹ ਗਿਵਨ ਨਹੀਂ ਹੁੰਦੇ। ਕਹਿੰਦਾ ਆਪਾਂ ਸਿਰਫ ਕੀ ਕਰਨਾ ਹੁੰਦਾ, ਉਹਨਾਂ ਪੀਸਿਸ ਨੂੰ ਅਜ਼ਿਊਮ ਕਰਨਾ ਹੁੰਦਾ, ਕਲਪਨਾ ਕਰਨੀ ਹੁੰਦੀ ਹੈ, ਮੰਨਣਾ ਹੁੰਦਾ ਹੈ ਵੀ ਆਪਾਂ ਮੰਨਣਾ ਹੈ ਕਿ ਕੁਛ ਆਪਾਂ ਨੂੰ ਪਰਸੈਪਸ਼ਨ ਦਿੱਤੇ ਹੋਏ ਹੈ, ਕੁਛ ਆਪਾਂ ਨੂੰ ਐਕਸਪੀਰੀਅੰਸ ਹੈ, ਕੁਛ ਤਜਰਬਾ ਹੈ, ਕੁਛ ਧਾਰਨਾਵਾਂ ਨੇ ਔਰ ਕੁਛ ਬਾਉਂਡਰੀਜ਼ ਨੇ, ਕੁਛ ਸੀਮਾਵਾਂ ਨੇ, ਹਦਾਇਤਾਂ ਨੇ ਆਪਣੇ ਲਈ। ਵਨ ਇਜ਼ ਆਲਵੇਜ਼ ਕਨਫਿਊਜ਼ਿੰਗ ਥਿੰਕਿੰਗ ਵਿਦ ਕ੍ਰੀਏਟਿਵ ਥਿੰਕਿੰਗ। ਕਹਿੰਦਾ ਹਰ ਕੋਈ ਕੀ ਹੈ ਕਨਫਿਊਜ਼ ਹੋ ਜਾਂਦਾ ਕਿ ਕੰਡੀਸ਼ਨ ਥਿੰਕਿੰਗ ਔਰ ਕ੍ਰੀਏਟਿਵ ਥਿੰਕਿੰਗ ਕੀ ਹੈ। De Bono explains that lateral thinking is concerned not with playing with the existing pieces but the seeking to change those very pieces। ਕਹਿੰਦਾ lateral thinking ਕੀ ਹੈ, ਉਹਨਾਂ ਪੀਸਿਸ ਨਾਲ ਖੇਲਣਾ ਨਹੀਂ ਹੈਗਾ ਜੋ ਆਪਾਂ ਨੂੰ ਗਿਵਨ ਨੇ, ਆਪਾਂ ਕੀ ਹੈ ਉਹਨਾਂ ਪੀਸਿਸ ਨੂੰ ਚੇਂਜ ਕਰਨਾ ਹੈ। It is concerned with the perception part of thinking ਔਰ ਇਹ ਜਿਹੜੀ ਆਪਣੀ ਸੋਚ ਹੈ ਉਹਦੇ ਅਨੁਭਵ ਦਾ ਜਿਹੜਾ ਹਿੱਸਾ ਇੱਕ ਪਾਰਟ ਹੈ ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਕੰਸਰਨ ਕਰਦੀਆਂ ਨੇ, ਜੁੜੀਆਂ ਹੋਈਆਂ ਨੇ ਕੀ। ਸੋ ਬੇਟਾ ਇਹ ਸੀ ਲੈਸਨ ਆਪਣਾ ਲੇਟਰਲ ਥਿੰਕਿੰਗ। ਸਭ ਤੋਂ ਪਹਿਲਾਂ ਤੁਸੀਂ ਲੇਟਰਲ ਥਿੰਕਿੰਗ ਬਾਰੇ ਦੁਬਾਰਾ ਤੋਂ ਰੀਡ ਕਰਨਾ ਕਿ ਲੇਟਰਲ ਥਿੰਕਿੰਗ ਹੈਗੀ ਕੀ ਹੈ, ਠੀਕ ਹੈ, ਉਸਦੀ ਡੈਫੀਨੇਸ਼ਨ ਨੂੰ ਸਮਝਣਾ, ਉਸਦੇ ਮੀਨਿੰਗ ਨੂੰ ਸਮਝਣਾ ਔਰ ਉਸ ਤੋਂ ਬਾਅਦ ਜਿਹੜੀਆਂ ਦੋਨੋਂ ਸਟੋਰੀਜ਼ ਨੇ ਉਹਨਾਂ ਨੂੰ ਰੀਡ ਕਰਨਾ ਹੋਊਗਾ। ਥੈਂਕ ਯੂ ਬੇਟਾ।